गुड आफ्टरनून बेटा। बेटा लास्ट ਆਪਾਂ डिस्कस कर रहे ਸੀਗੇ कि जर्नल एंट्री है ਜਿਹੜੀ ਉਹ ਕਿਵੇਂ ਪਾਈ ਜਾਂਦੀ ਹੁੰਦੀ ਹੈ। बैंक अकाउंट to share application and sorry बैंक अकाउंट टू शेयर एप्लीकेशन अकाउंट भी ਜਿਹੜਾ ਪੈਸਾ ਆਇਆ ਹੈ ਉਹ बिजनेस ਦੇ ਵਿੱਚ ਜਦੋਂ ਕੋਈ ਵੀ ਚੀਜ਼ ਆ ਰਹੀ ਹੈ ਬਿਜ਼ਨਸ ਚ ਆਉਂਦੀ ਹੈ ਤਾਂ ਉਹਨੂੰ ਆਪਾਂ ਡੈਬਿਟ ਕਰਦੇ ਹਾਂ। ਪੈਸਾ ਆ ਰਿਹਾ, ਕੋਈ ਮਸ਼ੀਨ ਆ ਰਹੀ ਹੈ, ਕੋਈ ਫਰਨੀਚਰ ਆ ਰਿਹਾ, ਠੀਕ ਹੈ, ਕੋਈ ਐਸੈਟ ਜਦੋਂ ਵੀ ਬਿਜ਼ਨਸ ਦੇ ਵਿੱਚ ਆ ਰਹੀ ਹੁੰਦੀ ਹੈ ਤਾਂ ਆਪਾਂ ਉਹਨੂੰ ਕੀ ਕਰਦੇ ਹਾਂ, ਹਮੇਸ਼ਾ ਡੈਬਿਟ ਕਰਦੇ ਹਾਂ। ਬੈਂਕ ਅਕਾਊਂਟ ਟੂ ਸ਼ੇਅਰ ਐਪਲੀਕੇਸ਼ਨ ਅਕਾਊਂਟ ਔਨ ਅਲੋਟਮੈਂਟ। ਅਲੋਟਮੈਂਟ ਚ ਕੀ ਕਰਦੇ ਹਾਂ ਆਪਾਂ ਬੇਟਾ, when minimum subscription has been received, ਜਦੋਂ minimum subscription ਕੰਪਨੀ ਰਿਸੀਵ ਕਰ ਲੈਂਦੀ ਹੈ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਪ੍ਰੋਸੈਸ ਸ਼ੁਰੂ ਹੁੰਦਾ ਹੈ, ਠੀਕ ਹੈ। when minimum subscription has been received and certain legal formalities on the allotment of shares have been duly compiled with the director of the company proceed to make allotment of shares। बेटा ਜਦੋਂ ਕੰਪਨੀ ਦੀ ਜਿਹੜੀ ਮਤਲਬ ਮਿਨੀਮਮ ਸਬਸਕ੍ਰਿਪਸ਼ਨ ਰਿਸੀਵ ਹੋ ਗਈ, ਅਮਾਉਂਟ ਰਿਸੀਵ ਹੋ ਗਈ ਹੈ, ਦੈਨ ਕੰਪਨੀ ਕੀ ਕਰਦੀ ਹੈ, ਫਿਰ ਅਗਲਾ ਪ੍ਰੋਸੈਸ ਹੈ ਜੋ ਸਟਾਰਟ ਕਰ ਦਿੰਦੀ ਹੈ। ਉਹ ਕਿਸ ਤਰ੍ਹਾਂ ਹੁੰਦਾ ਹੈ, ਡਾਇਰੈਕਟਰਸ ਆਫ ਦ ਕੰਪਨੀ ਪ੍ਰੋਸੀਡ ਟੂ ਮੇਕ ਅਲੋਟਮੈਂਟ ਆਫ ਸ਼ੇਅਰ। ਉਸ ਤੋਂ ਬਾਅਦ ਜਿਹੜੇ ਡਾਇਰੈਕਟਰਸ ਹੁੰਦੇ ਨੇ ਫਿਰ ਉਹ ਅਲੋਟਮੈਂਟ ਦੇ ਲਈ ਸ਼ੁਰੂ ਕਰ ਦਿੰਦੇ ਨੇ ਤਿਆਰੀ ਕਿ ਹੁਣ ਆਪਾਂ ਨੇ ਅਲੋਟਮੈਂਟ ਮੰਗਵਾਉਣੀ ਹੈ। ਕਦੋਂ ਮੰਗਵਾਵਾਂਗੇ ਅਲੋਟਮੈਂਟ, ਐਪਲੀਕੇਸ਼ਨ ਆਉਣ ਤੋਂ 2 ਜਾਂ 3 ਮੰਥ ਬਾਅਦ, ਠੀਕ ਹੈ ਨਾ। The allotment of shares implies a contract between company and the applicants who now become the allottee and assume the status of member। ਹੁਣ ਇਹ ਜਿਹੜੇ ਪੱਕੇ ਤੌਰ ਤੇ ਮੈਂਬਰ ਬਣ ਗਏ ਕੰਪਨੀ ਦੇ, ਉਹਨਾਂ ਨੂੰ ਆਪਾਂ ਨੇ ਅਲੋਟਮੈਂਟ ਦਾ ਜਿਹੜਾ ਹੈਗਾ ਸੱਦਾ ਭੇਜਣਾ ਹੁੰਦਾ ਹੈ, ਠੀਕ ਹੈ ਬੇਟਾ। ਹਾਂਜੀ, ਅਲੋਟਮੈਂਟ ਦੇ ਲਈ ਹੁਣ ਆਪਾਂ ਨੇ ਜਿਹੜੀ ਜਰਨਲ ਐਂਟਰੀ ਪਾਉਣੀ ਹੈ, ਦੇਖੋ the journal entries with regard to allotment of shares as follow। first है बेटा for transfer of application money। ਜਿਹੜੀ ਉੱਪਰ ਐਂਟਰੀ ਆਈ ਸੀਗੀ ਆਪਣੇ ਕੋਲੇ ਬੈਂਕ ਅਕਾਊਂਟ ਟੂ ਸ਼ੇਅਰ ਐਪਲੀਕੇਸ਼ਨ, ਉਹਨੂੰ ਹੁਣ ਟ੍ਰਾਂਸਫਰ ਕਰਨਾ ਬੇਟਾ ਸ਼ੇਅਰ ਕੈਪੀਟਲ ਦੇ ਵਿੱਚ, ਠੀਕ ਹੈ। ਸ਼ੇਅਰ ਐਪਲੀਕੇਸ਼ਨ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ, ਠੀਕ ਹੈ। ਸ਼ੇਅਰ ਕੈਪੀਟਲ ਅਕਾਊਂਟ ਦੇ ਵਿੱਚ ਉਹਨੂੰ ਕਨਵਰਟ ਕਰਤਾ। ਉਸ ਤੋਂ ਬਾਅਦ ਹੈਗਾ ਬੇਟਾ ਇਹਨਾਂ ਦੀ ਬੇਟਾ ਨਰੇਸ਼ਨ ਲਿਖਣੀ ਬਹੁਤ ਜ਼ਰੂਰੀ ਹੁੰਦੀ ਹੈ। ਨੀਚੇ ਜਿਹੜੀ ਬ੍ਰੈਕਟਸ ਲਿਖੀ ਹੋਈ ਹੈ, ਐਪਲੀਕੇਸ਼ਨ ਮਨੀ ਔਨ ਡੈਸ਼ ਸ਼ੇਅਰਸ ਅਲਾਟਡ ਟ੍ਰਾਂਸਫਰ ਟੂ ਸ਼ੇਅਰ ਕੈਪੀਟਲ। ਨੈਕਸਟ ਹੈ ਫॉर ਮਨੀ ਰਿਫੰਡ ਔਨ ਰਿਜੈਕਸ਼ਨ ਐਪਲੀਕੇਸ਼ਨ। ਬੇਟਾ ਕੰਪਨੀ ਕੀ ਕਰ ਦਿੰਦੀ ਹੈ, ਜਦੋਂ ਕੰਪਨੀ ਕੋਲ ਬਹੁਤ ਜ਼ਿਆਦਾ ਸ਼ੇਅਰਸ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਬਹੁਤ ਜ਼ਿਆਦਾ ਅਮਾਉਂਟ ਵੀ ਇਕੱਠੀ ਹੋ ਜਾਂਦੀ ਹੈ, ਤਾਂ ਉੱਥੇ ਕੰਪਨੀ ਕੋਲ ਇਹ ਅਥਾਰਟੀ ਹੁੰਦੀ ਹੈ ਵੀ ਜਿੰਨੇ ਉਹਨਾਂ ਨੂੰ ਚਾਹੀਦਾ ਹੁੰਦਾ ਉਹ ਰੱਖ ਲੈਂਦੇ ਨੇ ਤੇ ਬਾਕੀ ਸਾਰੇ ਕੀ ਕਰ ਦਿੰਦੇ ਨੇ, ਰਿਫੰਡ ਕੀ ਕਰ ਸਕਦੀ ਹੈ ਕੰਪਨੀ। ਕਹਿੰਦੇ ਸ਼ੇਅਰ ਕੈਪੀਟਲ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ। ਹੁਣ ਕੰਪਨੀ ਕੀ ਕਰ ਰਹੀ ਹੈ, ਲੋਕਾਂ ਨੂੰ ਪੈਸਾ ਵਾਪਸ ਭੇਜ ਰਹੀ ਹੈ, ਠੀਕ ਹੈ। ਕਿਹੜਾ ਪੈਸਾ, ਸ਼ੇਅਰ ਐਪਲੀਕੇਸ਼ਨ ਦਾ। ਹੁਣ ਉਹਨੂੰ ਕੀ ਕਰਾਂਗੇ ਆਪਾਂ, ਇੱਥੇ ਬੈਂਕ ਅਕਾਊਂਟ ਨੂੰ ਕ੍ਰੈਡਿਟ ਕਰਾਂਗੇ, ਠੀਕ ਹੈ ਨਾ। ਸ਼ੇਅਰ ਐਪਲੀਕੇਸ਼ਨ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ, ਠੀਕ ਹੈ। ਬੈਂਕ ਅਕਾਊਂਟ ਆਪਾਂ ਨੇ ਵਾਪਸ ਭੇਜਤਾ। ਬੇਟਾ ਮੈਨੂੰ ਤੁਸੀਂ ਇਹ ਦੱਸੋ, ਜਦੋਂ ਮੈਂ ਜਰਨਲ ਐਂਟਰੀਜ਼ ਕਰਵਾਈਆਂ ਨੇ ਮਈ ਦੇ ਮੰਥ ਦੇ ਵਿੱਚ, ਤਾਂ ਤੁਸੀਂ ਲਗਾਈ ਸੀ ਕਲਾਸ, ਪਤਾ ਹੈ ਵੀ ਜਰਨਲ ਐਂਟਰੀਜ਼ ਕਿਵੇਂ ਪੈਂਦੀਆਂ ਹੁੰਦੀਆਂ ਨੇ। ਤਰਨਦੀਪ, ਤਰਨਦੀਪ ਦੱਸੋ ਰਾਜੇ। ਹਾਂਜੀ बोलो बच्चे।
ਤਰਨਦੀਪ ਜਨਰਲ ਐਂਟਰੀ ਪਾਉਣੀਆਂ ਹੁੰਦੀਆਂ ਨੇ ਰਾਜੇ? ਪਤਾ ਨਹੀਂ ਮੈਮ ਉਹਦਾ ਤਾਂ ਜੀ। ਪਿਛਲੀ ਕਲਾਸ 'ਚ ਐਡ ਹੋਏ ਸੀ ਬੱਚੇ ਤੁਸੀਂ? ਪਿਛਲੀ ਪਹਿਲਾਂ ਤਾਂ ਲਾਉਂਦਾ ਸੀ ਇਹ ਜਰਨਲ ਐਂਟਰੀ ਵਾਲੀ ਨਹੀਂ ਲਾਈ ਸੀ ਉਦੋਂ। ਨਹੀਂ ਜਿਹੜੀ ਆ ਹੁਣ ਪਹਿਲਾਂ 12 ਵਜੇ ਮੈਂ ਲਿੰਕ ਭੇਜਿਆ ਸੀ ਤੁਹਾਨੂੰ, ਉਹ 'ਚ ਤੁਸੀਂ ਆਏ ਸੀ? ਚਲੋ ਬੇਟਾ ਮੈਨੂੰ ਨਾ ਤੁਸੀਂ ਮੈਸੇਜ ਕਰ ਦਿਓ ਕਿ ਮੈਮ ਮੈਨੂੰ ਜਰਨਲ ਐਂਟਰੀ ਦੱਸ ਦਿਓ, ਠੀਕ ਹੈ ਤਰਨਦੀਪ, ਤੇ ਮੈਂ ਤੁਹਾਡੀ ਹੈਲਪ ਕਰ ਦਾਂਗੀ। ਹਾਂਜੀ ਬੋਲੋ। ਨੋ ਮੈਮ ਉਹ 'ਚ ਨਹੀਂ ਆਇਆ ਜੀ। ਹਾਂ ਦੇਖੋ ਬੇਟਾ ਤੁਹਾਡਾ ਨਾਮ ਲਿਖ ਕੇ ਨਾ ਕੋਈ ਹੋਰ ਬੱਚਾ ਐਡ ਹੋਇਆ ਤੇ ਮੇਰੀ ਸਕਰੀਨ ਦੇ ਉੱਪਰ ਕ੍ਰਾਸ ਕਰਤੇ ਉਹਨੇ। ਪਤਾ ਨਹੀਂ ਕੌਣ ਇਹੋ ਜਿਹੀ ਹਰਕਤਾਂ ਕਰਦਾ, ਕੌਣ ਨਹੀਂ। ਮੈਨੂੰ ਯਾਦ ਨਹੀਂ ਰਿਹਾ ਵੀ ਤੁਹਾਡੀ ਆਪਣੀ ਫੋਟੋ ਲੱਗੀ ਠੀਕ ਹੋਈ ਜੀ। ਹੈ। ਹੁਣ ਨੈਕਸਟ ਟਾਈਮ ਧਿਆਨ ਰੱਖਾਂਗੇ ਬੇਟਾ। ਤੁਸੀਂ ਮੈਨੂੰ ਓਕੇ। ਮੈਸੇਜ ਕਰਕੇ ਨਾ ਜ਼ਰੂਰ ਯਾਦ ਕਰਵਾ ਦਿਓ, ਮੈਂ ਤੁਹਾਨੂੰ ਦੱਸ ਦਾਂਗੀ, ਪਤਾ ਲੱਗ ਜਾਏਗਾ ਤੁਹਾਨੂੰ ਕਿ ਜਰਨਲ ਐਂਟਰੀਜ਼ ਕਿਵੇਂ ਹੁੰਦੀਆਂ ਨੇ, ਠੀਕ ਹੈ। ਮੈਸੇਜ ਜ਼ਰੂਰ ਕਰ ਦਿਓ। ਹਾਂਜੀ ਬੇਟਾ। ਨਾ ਕ੍ਰਾਸ ਪਾਈ ਸੀ ਮੈਮ, ਪੱਕਾ ਨਿਊ ਸਟੂਡੈਂਟਸ ਦੇ ਕੰਮ ਨੇ। ਪਹਿਲਾਂ ਨਹੀਂ ਇੱਕ ਐਡ ਹੁੰਦੇ ਸੀ ਰੋਜ਼ ਜਿੰਨਾ ਕਰਕੇ ਮਿਊਟ ਰੱਖ ਦਿੰਦੇ ਹੋ ਤੁਸੀਂ, ਰੋਜ਼ ਕੁਛ ਨਾ ਕੁਛ ਬੋਲੀ ਜਾਂਦੇ ਹੁੰਦੇ ਸੀਗੇ। ਹਾਂ ਰਾਜੀ, ਉਹ ਨੇਮ ਚੇਂਜ ਕਰਕੇ ਆਉਣ ਦੀ ਕੋਸ਼ਿਸ਼ ਕਰਦੇ ਨੇ ਕਲਾਸ ਦੇ ਵਿੱਚ। ਮੈਮ ਯੈਸ ਤੇ ਮੈਮ, ਖੁਦ ਚਲੋ ਤਾਂ ਕੋਈ ਨੀ, ਪੜ੍ਹਦੇ ਨਹੀਂ ਹੈਗੇ, ਦੂਸਰਿਆਂ ਨੂੰ ਵੀ ਨਹੀਂ ਕਰਨ ਦਿੰਦੇ ਕੁਛ। ਚਲੋ ਕੋਈ ਨੀ ਰਾਜੇ, ਉਹ ਐਵੇਂ ਰਹਿਣਗੇ, ਉਹਨਾਂ ਨੇ ਕੁਛ ਨੀ ਕਰਨਾ ਹੋਰ, ਇਹੋ ਜਿਹੀ ਹਰਕਤਾਂ ਕਰਨਗੇ। ਚਲੋ ਠੀਕ ਹੈ ਬੇਟਾ, ਮੈਂ ਜਰਨਲ ਐਂਟਰੀਜ਼ ਵੈਸੇ ਕਰਵਾਤੀਆਂ ਸੀਗੀਆਂ ਪਹਿਲਾਂ, ਤੇ ਹੁਣ ਦੱਸ ਦਾਂਗੀ ਦੁਬਾਰਾ। ਸੋ ਬੇਟਾ ਇਸ ਦੇ ਵਿੱਚ ਪਹਿਲਾਂ ਕੰਪਨੀ ਹੁਣ ਰਿਫੰਡ ਕਰੇਗੀ ਪੈਸਾ ਜਦੋਂ ਵਾਧੂ ਆ ਜਾਂਦਾ ਕੰਪਨੀ ਕੋਲੇ। ਸੋ ਉਸ ਤੋਂ ਬਾਅਦ ਹੁੰਦੀ ਹੈ ਬੇਟਾ ਅਲੋਟਮੈਂਟ ਦੀ ਵਾਰੀ। ਅਮਾਊਂਟ ਫॉर ਅਮਾਊਂਟ ਡਿਊ ਔਨ ਅਲੋਟਮੈਂਟ, ਕੰਪਨੀ ਕੀ ਕਰਦੀ ਹੈ ਬੱਚੇ, ਪਹਿਲਾਂ ਅਲੋਟਮੈਂਟ ਦੀ ਅਮਾਊਂਟ ਡਿਊ ਕਰਦੀ ਹੈ। ਬੇਟਾ ਤੁਸੀਂ ਪੁੱਛ ਰਹੇ ਸੀ ਨਾ ਇੰਸਟਾਲਮੈਂਟ ਕੀ ਹੁੰਦੀਆਂ ਨੇ, ਇਹ ਸਾਰੀਆਂ ਇੰਸਟਾਲਮੈਂਟ ਦੀਆਂ ਐਂਟਰੀਆਂ ਨੇ, ਠੀਕ ਹੈ। ਪਹਿਲੀ ਇੰਸਟਾਲਮੈਂਟ ਹੁੰਦੀ ਹੈ ਐਪਲੀਕੇਸ਼ਨ, ਦੂਜੀ ਹੁੰਦੀ ਹੈ ਅਲੋਟਮੈਂਟ, ਤੀਸਰੀ ਹੁੰਦੀ ਹੈ ਕਾਲ ਕੰਪਨੀ ਦੀ ਮਰਜ਼ੀ ਹੈ ਵੀ ਇੱਕ ਕਾਲ ਮੰਗਵਾਉਣੀ ਹੈ ਜਾਂ ਦੋ ਮੰਗਵਾਉਣੀਆਂ ਹੁੰਦੀਆਂ ਨੇ, ਠੀਕ ਹੈ ਨਾ। ਸੋ ਇਹ ਹੈਗਾ ਸ਼ੇਅਰ ਅਲੋਟਮੈਂਟ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ। ਹੁਣ ਕੰਪਨੀ ਨੇ ਅਲੋਟਮੈਂਟ ਦਾ ਜਿਹੜਾ ਹੈਗਾ ਪੈਸਾ ਮੰਗਵਾਇਆ ਹੈ, ਉਹ ਕਿੱਥੇ ਜਾਏਗਾ ਪੈਸਾ, ਉਹ ਕੈਪੀਟਲ ਚ ਜਾਏਗਾ, ਠੀਕ ਹੈ। ਇਹ ਹੁੰਦੀ ਹੈ ਡਿਊ ਦੀ ਐਂਟਰੀ ਬੇਟਾ, ਸ਼ੇਅਰ ਅਲੋਟਮੈਂਟ ਟੂ ਸ਼ੇਅਰ ਕੈਪੀਟਲ। ਹੁਣ ਅੱਗੇ ਜਦੋਂ ਕੰਪਨੀ ਨੇ ਰਿਸੀਵ ਕਰ ਲਈ ਨਾ ਅਲੋਟਮੈਂਟ ਮਨੀ, ਤਾਂ ਐਂਟਰੀ ਆਏਗੀ ਆਪਣੇ ਕੋਲ ਫॉर ਰਿਸੀਟ ਆਫ ਅਲੋਟਮੈਂਟ ਮਨੀ, ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਅਲੋਟਮੈਂਟ ਅਕਾਊਂਟ, ਠੀਕ ਹੈ। ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਅਲੋਟਮੈਂਟ ਅਕਾਊਂਟ ਬੇਟਾ। ਸੋ ਇਸ ਤਰ੍ਹਾਂ ਕਰਕੇ ਜਿਹੜੀ ਕੰਪਨੀ ਹੈ ਉਹ ਪੈਸਾ ਮਨੀ ਹੈ ਜਿਹੜੀ ਉਹ ਰਿਸੀਵ ਕਰ ਲੈਂਦੀ ਹੈ ਅਲੋਟਮੈਂਟ ਦੇ ਉੱਪਰ, ਠੀਕ ਹੈ ਨਾ। ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ ਹੈ। ਉਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਕੰਪਨੀ ਕਾਲ ਵੀ ਮੰਗਵਾਉਂਦੀ ਹੈ ਲੋਕਾਂ ਤੋਂ, ਠੀਕ ਹੈ, ਜੋ ਵੀ ਸ਼ੇਅਰ ਹੋਲਡਰਸ ਇਹਦੇ ਨਾਲ ਜੁੜੇ ਹੋਏ ਮੈਂਬਰਸ ਹੁੰਦੇ ਹੈ। ਔਰ ਉਸ ਤੋਂ ਬਾਅਦ ਫਿਰ ਫਸਟ ਕਾਲ ਪਹਿਲਾਂ ਡਿਊ ਹੋਏਗੀ, ਫਿਰ ਕੰਪਨੀ ਰਿਸੀਵ ਕਰੇਗੀ। ਇਸੇ ਤਰੀਕੇ ਦੇ ਨਾਲ ਥਰਡ ਜਿਹੜੀ ਆਪਣੀ ਹੁੰਦੀ ਹੈ ਫੋਰਥ ਇੰਸਟਾਲਮੈਂਟ ਹੈ, ਉਹ ਹੁੰਦੀ ਹੈ ਸੈਕਿੰਡ ਜਾਂ ਫਾਈਨਲ ਕਾਲ ਦੀ, ਉਹਨੂੰ ਬੋਲਦੇ ਹਾਂ ਆਪਾਂ ਸੈਕਿੰਡ ਐਂਡ ਫਾਈਨਲ ਕਾਲ। ਸੋ ਉਸ ਤੇ ਜਿਹੜੀ ਅਮਾਊਂਟ ਰਿਸੀਵ ਕਰਦੀ ਹੈ ਕੰਪਨੀ, ਉਹ ਹੁੰਦੀ ਹੈ ਆਪਣੀ ਫਾਈਨਲ ਕਾਲ ਦੀ, ਔਰ ਜਿਹੜਾ ਉਹ ਲਾਸਟ ਕਾਲ ਵੀ ਆਪਾਂ ਮੰਨਦੇ ਹਾਂ, ਠੀਕ ਹੈ ਬੱਚੇ। ਜੇ ਕੋਈ ਡਾਊਟ ਹੈ ਹੁਣ ਤੁਸੀਂ ਪੁੱਛ ਸਕਦੇ ਹੋ ਬੱਚੇ। ਮੈਮ ਜਿਹੜੀ ਤੁਸੀਂ ਆ ਕਹਿ ਰਹੇ ਹੋ ਕਾਲਸ, ਮਤਲਬ ਫਸਟ ਕਾਲ ਔਰ ਸੈਕਿੰਡ ਕਾਲ, ਮੈਮ ਇਹ ਕੀ ਹੈ ਕਾਲ ਕੀ? ਇਹ ਵੀ ਬੱਚੇ ਇੰਸਟਾਲਮੈਂਟ ਦਾ ਇੱਕ ਪਾਰਟ ਹੁੰਦਾ ਹੈ, ਤੀਜੀ ਤੇ ਚੌਥੀ ਇੰਸਟਾਲਮੈਂਟ ਹੁੰਦੀ ਹੈ ਇਹ ਕੰਪਨੀ ਦੀ, ਠੀਕ ਹੈ। ਮੈਮ ਉਹ ਇੰਸਟਾਲਮੈਂਟ ਦਾ ਨਾਮ ਹੈ ਕਾਲ? ਜੀ ਹਾਂਜੀ, ਐਪਲੀਕੇਸ਼ਨ ਵੀ ਇੰਸਟਾਲਮੈਂਟ ਹੈ ਬੱਚੇ, ਓਕੇ ਮੈਮ। ਐਪਲੀਕੇਸ਼ਨ ਮਨੀ ਵੀ ਇੰਸਟਾਲਮੈਂਟ ਹੈ,
ਅਲਾਟਮੈਂਟ ਵੀ ਇੰਸਟਾਲਮੈਂਟ ਹੈ, ਸਾਰੀਆਂ ਇੰਸਟਾਲਮੈਂਟ ਹੁੰਦੀਆਂ ਓਕੇ ਨੇ। ਮੈਮ। ਠੀਕ ਹੈ ਮੈਮ ਇਹ ਯਾਦ ਰੱਖਣੀਆਂ ਪਿਆ ਕਰਨਗੇ ਵੀ ਪਹਿਲਾਂ ਐਪਲੀਕੇਸ਼ਨ ਸ਼ੇਅਰ ਆਊ ਫਿਰ ਅਲਾਟਮੈਂਟ ਸ਼ੇਅਰ, ਐਵੇਂ ਯਾਦ ਰੱਖਣੇ ਪਿਆ ਕਰਨਗੇ। ਬਿਲਕੁਲ ਬਿਲਕੁਲ ਬੇਟਾ, ਇਹ ਪ੍ਰੋਸੈਸ ਏਦਾਂ ਹੀ ਚੱਲਦਾ ਹੁੰਦਾ। ਜਦੋਂ ਆਪਾਂ ਕੁਐਸਚਨ ਕਰਾਂਗੇ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਪੈਣੀ, ਇਹ ਤੁਹਾਨੂੰ ਆਪਣੇ ਆਪ ਯਾਦ ਆਇਆ ਕਰਨਗੇ, ਤੁਹਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਸਾਰਾ ਮੈਂ ਕਰਵਾਉਣਾ। ਠੀਕ ਹੈ ਨਾ। ਓਕੇ ਮੈਮ। ਸੋ ਇਹ ਬੇਟਾ ਕਾਲਸ ਵਾਲਾ ਪਾਰਟ ਆ ਗਿਆ। Calls play a vital role in making share fully paid up and for releasing the full amount of share from shareholder. shareholders ਤੋਂ ਜਦੋਂ ਕੰਪਨੀ ਬੇਟਾ ਪੈਸਾ ਮੰਗਵਾ ਰਹੀ ਹੈ, ਉਦੋਂ calls ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ for realizing the full amount of share, ਕਿ ਸਾਰੇ ਦਾ ਸਾਰਾ ਪੈਸਾ ਜਿਹੜਾ ਇੱਕ ਇੱਕ ਸ਼ੇਅਰ ਦਾ ਉਹ ਆ ਜਾਵੇ। In the event of shares not being fully called up till the completion of allotment, the director have the authority to ask for remaining amount on shares when they decide about the same. ਇੱਥੇ ਜਿਹੜਾ ਡਾਇਰੈਕਟਰ ਹੈ, ਜਦੋਂ ਕੰਪਨੀ ਨੂੰ ਜ਼ਰੂਰਤ ਹੁੰਦੀ ਹੈ ਪੈਸੇ ਦੀ, ਤਾਂ ਉਹ ਕਾਲਸ ਦੇ ਥਰੂ ਕਿਤੋਂ ਮੰਗਵਾਉਂਦਾ ਹੈ? ਸ਼ੇਅਰ ਹੋਲਡਰਸ ਤੋਂ। ਇਟ ਆਲਸੋ ਪੋਸੀਬਲ that the timing of payment of calls by shareholder is determined at the time of share issue itself and given the prospectus। ਤਾਂ ਉਹਦੀ ਟਾਈਮਿੰਗ ਬੇਟਾ ਪਹਿਲਾਂ ਮੈਂਸ਼ਨ ਹੋਣੀ ਚਾਹੀਦੀ ਹੈ। ਜਦੋਂ ਵੀ ਕੰਪਨੀ ਪੈਸਾ ਚਾਹੁੰਦੀ ਹੈ ਲੋਕਾਂ ਤੋਂ, ਤਾਂ ਉਹਦੀ ਟਾਈਮਿੰਗ ਪ੍ਰੋਪਰ ਮੈਂਸ਼ਨ ਕੀਤੀ ਹੋਣੀ ਚਾਹੀਦੀ ਹੈ ਪ੍ਰੋਸਪੈਕਟਸ ਦੇ ਵਿੱਚ। ਠੀਕ ਹੈ ਬੱਚੇ। ਹਾਂਜੀ, ਹੁਣ ਅਗਲਾ ਪੁਆਇੰਟ ਹੈ ਬੱਚੇ, 2 points are important regarding the calls on shares। ਕਾਲਸ 2 ਪੁਆਇੰਟ ਹੈ ਜਿਹੜੇ ਉਹ ਇੰਪੋਰਟੈਂਟ ਹੈਗੇ ਨੇ ਇੱਥੇ। 2 points, ਫਸਟ, the amount on any call should not exceed 25% of face value। ਜਿਹੜੀ ਕਾਲਸ ਨੇ ਹੈਗੀ ਹੈ ਨਾ, ਉਹਨਾਂ ਤੇ ਤੁਸੀਂ 25% ਤੋਂ ਜ਼ਿਆਦਾ ਫੇਸ ਵੈਲਿਊ ਤੋਂ ਨਹੀਂ ਮੰਗਵਾ ਸਕਦੇ। ਠੀਕ ਹੈ, ਕਿ ਕਹਿਣ ਦਾ ਮਤਲਬ ਇਹ ਹੁੰਦਾ ਤੁਸੀਂ ਐਪਲੀਕੇਸ਼ਨ ਤੇ ਅਲਾਟਮੈਂਟ ਦੇ ਵਿੱਚ ਹੀ ਜਿਹੜਾ ਹੈਗਾ ਪੈਸਾ ਉਹ ਕਵਰ ਕਰਨਾ ਹੁੰਦਾ 75%। ਠੀਕ ਹੈ। ਸੈਕਿੰਡ, there must be interval at least 1 month between making 2 calls। ਜਦੋਂ ਕੰਪਨੀ ਨੇ 2 calls ਮੰਗਵਾਉਣੀਆਂ ਨੇ ਨਾ, ਤਾਂ 2 ਮਹੀਨਿਆਂ ਦਾ ਜਿਹੜਾ ਹੈਗਾ ਜਾਂ 1 ਮੰਥ ਦਾ ਘੱਟ ਤੋਂ ਘੱਟ ਜਿਹੜਾ ਹੈਗਾ ਟਾਈਮ ਪੀਰੀਅਡ ਗੈਪ ਰੱਖਣਾ ਪਏਗਾ। ਸੋ ਇਸ ਦੇ ਲਈ ਕਿਵੇਂ ਕਰਦੇ ਆਪਾਂ? when a call is made and the amount of same is received the journal entry। ਦੇਖੋ ਪਹਿਲਾਂ ਡਿਊ ਕਰਾਂਗੇ, ਸ਼ੇਅਰ ਕਾਲ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ, ਕਾਲ ਮਨੀ ਡਿਊ ਔਨ ਡੈਸ਼ ਸ਼ੇਅਰਸ ਡੈਸ਼ ਪਰ ਸ਼ੇਅਰ। ਠੀਕ ਹੈ। ਤੇ ਉਸ ਤੋਂ ਬਾਅਦ ਆ ਗਿਆ ਬੈਂਕ ਟੂ ਸ਼ੇਅਰ ਕਾਲ ਜਾਂ ਬੈਂਕ ਟੂ ਫਸਟ ਕਾਲ। ਜੇ ਫਸਟ ਕਾਲ ਦੀ ਕਰ ਰਹੇ ਹੋ ਤਾਂ ਫਸਟ ਕਾਲ ਲਿਖ ਦੋਗੇ, ਜੇ ਸੈਕਿੰਡ ਜਾਂ ਫਾਈਨਲ ਕਾਲ ਦੀ ਕਰ ਰਹੇ ਹੋ ਤਾਂ ਸੈਕਿੰਡ ਤੇ ਫਾਈਨਲ ਕਾਲ ਲਿਖ ਦੋਗੇ। ਹੁਣ ਬੇਟੇ ਇੱਕ ਕੁਐਸਚਨ ਹੈ, ਤੁਸੀਂ ਠੀਕ ਹੈ, Mona Earth Mover Limited decided to issue 12,000 shares of 100 each, payable at 30 on application, 40 on allotment, 20 on first call, and balance on second and final call। ठीक है बेटा, ਹੁਣ 12,000 ਦੇ shares ਨੇਗੇ ਤੇ 100 ਰੁਪੀਸ ਦਾ each share ਹੈ। 12,000 shares ਨੇ, 100 rupees each share ਹੈ। ਸੋ ਇਹਨੂੰ ਜਿਹੜਾ ਹੈਗਾ ਮੈਂ ਤੁਹਾਨੂੰ ਬੇਟਾ ਨੋਟਬੁੱਕ ਤੇ ਕੋਸ਼ਿਸ਼ ਕਰਦੀ ਹਾਂ, ਜੇ ਤੁਹਾਨੂੰ ਕਲੀਅਰ ਦਿਖਿਆ ਤਾਂ ਦੱਸ ਦਿਓ ਜੇ ਕੋਈ ਪ੍ਰੋਬਲਮ ਹੋਈ।
12,000 शेयर्स ने बेटा, ठीक है, 100 रुपीज ईच है। ਤਾਂ ਇਹਦਾ ਮਤਲਬ ਕੈਪੀਟਲ ਕਿੰਨੇ ਦੀ ਬਣ ਗਈ ਹੁਣ ਆਪਣੇ ਕੋਲੇ 12,000 into 100 ਕਿੰਨੇ ਦੀ ਬਣ ਗਈ 12 ਲੱਖ ਦੀ, ਠੀਕ ਹੈ। 12 ਲੱਖ ਰੁਪਏ ਦੀ ਕੈਪੀਟਲ ਹੈ ਜਿਹੜੀ ਕੰਪਨੀ ਦੀ ਤੁਹਾਨੂੰ ਇੱਥੇ ਦਿਖੇਗੀ, ਠੀਕ ਹੈ। ਕੰਪਨੀ ਨੂੰ 12 ਲੱਖ ਰੁਪਇਆ ਚਾਹੀਦਾ, ਜਿਹੜਾ ਇਹ 12 ਲੱਖ ਰੁਪਏ ਹੈ ਇਹ ਕੰਪਨੀ ਇਕੱਠਾ ਨਹੀਂ ਮੰਗਵਾਏਗੀ ਲੋਕਾਂ ਤੋਂ, ਠੀਕ ਹੈ। ਹੁਣ ਆ 100 ਰੁਪੀਜ਼ ਆਪਾਂ ਨੇ ਪਾਰਟਸ ਬਣਾ ਲਈ, ਪਹਿਲਾਂ 30 ਰੁਪੀਜ਼ ਮੰਗਵਾ ਰਹੇ ਆ, ਫਿਰ 40 ਮੰਗਵਾ ਰਹੇ ਆ, ਫਿਰ 20 ਮੰਗਵਾ ਰਹੇ ਆ, ਫਿਰ 10 ਰੁਪੀਜ਼ ਮੰਗਵਾ ਰਹੇ ਆ, ਠੀਕ ਹੈ। ਏਦਾਂ ਕਰਦੇ ਆ ਬੇਟਾ ਇਹਨੂੰ ਆਪਾਂ, ਸਮਝ ਲੱਗ ਗਈ ਨਾ। ਬਟ ਕੰਪਨੀ ਨੇ ਬੱਚੇ ਦਿਖ ਰਿਹਾ ਤੁਹਾਨੂੰ ਇਹ ਜਿਹੜਾ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਠੀਕ ਹੈ ਨਾ। 12,000 ਸ਼ੇਅਰਸ ਨੇ, 100 ਰੁਪਏ ਦਾ ਇੱਕ ਸ਼ੇਅਰ ਹੈ। 12,000 ਨੂੰ 100 ਨਾਲ ਮਲਟੀਪਲਾਈ ਕਰਾਂਗੇ ਆਪਾਂ, ਕਿੰਨਾ ਗਿਆ ਆਪਣੇ ਕੋਲੇ 12 ਲੱਖ ਰੁਪਏ ਦੀ ਅਮਾਊਂਟ ਆ ਗਈ। ਹੁਣ 12 ਲੱਖ ਰੁਪਏ ਕੰਪਨੀ ਨੂੰ ਇਹਦਾ ਮਤਲਬ ਚਾਹੀਦਾ, ਤਾਂ ਕੰਪਨੀ ਕੀ ਕਰੇਗੀ, ਕੰਪਨੀ ਨੇ 100 ਰੁਪਏ ਦੀਆਂ ਕਿਸ਼ਤਾਂ ਬਣਾ ਲਈਆਂ, 100 ਰੁਪਏ ਜਿਹੜਾ ਨਾ ਉਹਦੀਆਂ ਕਿਸ਼ਤਾਂ ਬਣਾ ਲਈਆਂ, ਪਹਿਲਾਂ 30 ਰੁਪੀਜ਼ ਮੰਗਵਾਏਗੀ, ਫਿਰ 40, ਫਿਰ 20 ਐਂਡ 10। ਇਸ ਤਰੀਕੇ ਦੇ ਨਾਲ ਕਿਸ਼ਤਾਂ 'ਚ ਪੈਸੇ ਮੰਗਵਾਏਗੀ ਕੰਪਨੀ। ਤੇ ਹੁਣ ਬੇਟਾ ਕੁਐਸਚਨ ਤੇ ਆ ਜਾਓ, ਐਪਲੀਕੇਸ਼ਨ ਵਰ ਰਿਸੀਵਡ 13,000। ਹੁਣ ਕੰਪਨੀ ਨੇ 12,000 ਚਾਹੀਦੀਆਂ ਸੀਗੀਆਂ, ਠੀਕ ਹੈ, ਰਿਸੀਵ ਕਿੰਨੀਆਂ ਕਰ ਲਈਆਂ 13,000, ਯਾਨੀ ਕਿ ਡਿਫਰੈਂਸ ਕਿੰਨਾ ਆ ਗਿਆ 1,000 ਰੁਪਏ ਦਾ। ਹੁਣ ਦੇਖਦੇ ਆ ਉਹਨਾਂ ਨੇ ਅੱਗੇ ਕੀ ਕਿਹਾ, ਕਹਿੰਦੇ ਦ ਡਾਇਰੈਕਟਰ ਡਿਸਾਈਡਡ ਟੂ ਰਿਜੈਕਟ ਐਪਲੀਕੇਸ਼ਨ ਆਫ 1,000। ਜਿੰਨੀਆਂ ਵਾਧੂ ਆ ਗਈਆਂ ਸਭ ਦੀਆਂ ਐਪਲੀਕੇਸ਼ਨਸ ਰਿਜੈਕਟ ਕਰ ਦੋ, ਠੀਕ ਹੈ। ਐਂਡ देयर ਐਪਲੀਕੇਸ਼ਨ ਮਨੀ ਬੀਇੰਗ ਰਿਫੰਡਡ ਇਨ ਫੁੱਲ, ਤੇ ਉਹਨਾਂ ਦੀ ਐਪਲੀਕੇਸ਼ਨ ਮਨੀ ਵੀ ਕੀ ਕਰ ਦੋ, ਰਿਫੰਡ ਕਰ ਦੋ, ਉਹਨਾਂ ਨੂੰ ਸਾਰੇ ਦਾ ਸਾਰਾ ਪੈਸਾ ਜਿਹੜਾ ਵਾਪਸ ਕਰ ਦੋ। ਹੁਣ ਐਪਲੀਕੇਸ਼ਨ ਮਨੀ ਕਿੰਨੀ ਹੈ 30 ਰੁਪਏ ਦੇ ਹਿਸਾਬ ਨਾਲ ਲੋਕਾਂ ਨੇ ਕਿੰਨੇ ਪੈਸੇ ਭੇਜੇ ਨੇ 1,000 ਸ਼ੇਅਰਾਂ ਤੇ, ਦੱਸੋਗੇ। ਤੀਹ ਰੁਪਏ ਦੇ ਹਿਸਾਬ ਨਾਲ ਬੇਟਾ ਕਿੰਨੇ ਪੈਸੇ ਨੇ ਕੰਪਨੀ ਜਿਹੜੀ ਭੇਜੂਗੀ, ਕੰਪਨੀ ਚ ਭੇਜਣਗੇ ਲੋਕ ਸ਼ੇਅਰ ਹੋਲਡਰਸ। ਮੈਮ ਮਤਲਬ ਕਿੰਨੇ ਪਾਰਟਸ ਚ ਡਿਵਾਈਡ ਕਰਕੇ ਭੇਜਣਗੇ, ਕਿਵੇਂ ਕਿਵੇਂ ਨਹੀਂ ਭੇਜਣਗੇ? ਨਹੀਂ ਨਹੀਂ ਨਹੀਂ, ਤੁਸੀਂ ਇੱਕ ਗੱਲ ਸਮਝੋ ਕਿ ਟੋਟਲ 12,000 ਸ਼ੇਅਰ ਨੇ, ਠੀਕ ਹੈ। 100 ਰੁਪੀਜ਼ ਦਾ ਐਵੇਂ 100 ਰੁਪੀਜ਼ ਦਾ ਇੱਕ ਸ਼ੇਅਰ ਹੈ, ਬਟ ਉਹ 100 ਰੁਪੀਜ਼ ਤਾਂ ਆਪਾਂ ਨੂੰ ਸਮਝਣ ਵਾਸਤੇ ਨੇ ਕਿ ਟੋਟਲ ਜਿਹੜੀ ਕੰਪਨੀ ਦੀ ਕੈਪੀਟਲ ਉਹ 12 ਲੱਖ ਦੀ ਬਣੇਗੀ। ਪਰ ਹੁਣ ਉਹ ਕੰਪਨੀ 12 ਲੱਖ ਸਾਰਾ ਇਕੱਠਾ ਨਹੀਂ ਮੰਗਵਾਉਂਦੀ, ਕੰਪਨੀ ਨੇ ਪਹਿਲਾਂ 100 ਦੇ ਵਿੱਚੋਂ 30 ਰੁਪੀਜ਼ ਮੰਗਵਾਏ ਨੇ ਐਪਲੀਕੇਸ਼ਨ ਮਨੀ ਦੇ ਨਾਲ, ਠੀਕ ਹੈ। ਕਿੰਨੇ ਸ਼ੇਅਰ ਦੇ ਉੱਪਰ ਲੋਕਾਂ ਨੇ ਅਪਲਾਈ ਕਰਤਾ 13,000 ਦੇ ਨਾਲ। ਹੁਣ ਸਾਹਮਣੇ ਸਕਰੀਨ ਤੇ ਦੇਖੋ ਬੇਟਾ, ਬੈਂਕ ਅਕਾਊਂਟ ਟੂ ਸ਼ੇਅਰ ਐਪਲੀਕੇਸ਼ਨ ਅਕਾਊਂਟ, ਬੈਂਕ ਅਕਾਊਂਟ 3,90,000 ਰੁਪਏ ਕੰਪਨੀ ਕੋਲ ਆਇਆ, ਠੀਕ ਹੈ। ਸ਼ੇਅਰ ਐਪਲੀਕੇਸ਼ਨ ਦਾ ਕਿਵੇਂ ਆਇਆ, ਐਪਲੀਕੇਸ਼ਨ ਮਨੀ ਔਨ 13,000 shares at the rate 30 per share, ਠੀਕ ਹੈ। 13,000 ਲੋਕਾਂ ਨੇ ਅਪਲਾਈ ਕਰੇ ਨਾ, ਕਿੰਨੇ ਪੈਸੇ ਭੇਜੇ ਨੇ ਉਹਨਾਂ ਨੇ 30 ਰੁਪਏ ਦੇ ਹਿਸਾਬ ਨਾਲ ਪੈਸੇ ਭੇਜੇ ਨੇ, ਇੱਕ ਸ਼ੇਅਰ ਰਿਸੀਵ ਹੋ ਗਈ ਹੈ। बेटा फर्स्ट एंट्री क्लियर है, ਮੈਮ ਯੈਸ। ਹਾਂਜੀ। ਸੋ ਇਹ ਜਿਹੜਾ ਪੈਸਾ ਐਪਲੀਕੇਸ਼ਨ ਦਾ ਆਇਆ ਸੀ ਕੰਪਨੀ ਕੋਲ, ਹੁਣ ਉਹਨੂੰ ਕੀ ਕਰ ਦੇਗੀ, ਸ਼ੇਅਰ ਕੈਪੀਟਲ ਦੇ ਵਿੱਚ ਟ੍ਰਾਂਸਫਰ ਕਰ ਦੇਗੀ। ਹੁਣ ਸ਼ੇਅਰ ਕੈਪੀਟਲ ਚ ਕਿੰਨਾ ਪੈਸਾ ਜਾਏਗਾ, ਸ਼ੇਅਰ ਕੈਪੀਟਲ ਚ ਸਿਰਫ ਪੈਸਾ ਇਹਦੇ ਅਕੋਰਡਿੰਗ ਮੈਮ ਜਾਏਗਾ। ਹਾਂਜੀ ਮੈਮ ਇੱਕ ਤਾਂ ਲਿਖਿਆ ਹੋਇਆ decided to issue 12,000, ਇੱਕ ਲਿਖਿਆ ਹੋਇਆ ਹਾਂਜੀ 13,000। ਮੈਮ ਇੱਕ ਮਤਲਬ 12,000 ਮੰਗਵਾਏ ਸੀਗੇ, ਨਹੀਂ ਕਿਵੇਂ ਜੇ ਹਾਂਜੀ ਆਂਸਰ
ਬੇਟਾ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਕਿ ਕੰਪਨੀ ਨੇ ਤਾਂ ਡਿਸਾਈਡ ਕਰਿਆ ਸੀ ਕਿ 12,000 ਸ਼ੇਅਰ ਇਸ਼ੂ ਕਰਾਂਗੇ ਆਪਾਂ, ਠੀਕ ਹੈ। ਸਭ ਤੋਂ ਪਹਿਲਾਂ ਕੰਪਨੀ ਮੰਗਵਾਏਗੀ ਐਪਲੀਕੇਸ਼ਨ ਮਨੀ 30 ਰੁਪੀਜ਼ ਦੇ ਅਕੋਰਡਿੰਗ। ਹੁਣ 12,000 ਸ਼ੇਅਰਸ ਦੇ ਉੱਪਰ ਲੋਕਾਂ ਨੇ 30 ਰੁਪਏ ਦੇ ਅਕੋਰਡਿੰਗ ਪੈਸੇ ਭੇਜਣੇ ਸੀ। 12,000 into 30 ਕਿੰਨਾ ਬਣਿਆ? 360 3,60,000 ਦੀ ਅਮਾਉਂਟ ਭੇਜਣੀ ਸੀ ਨਾ ਲੋਕਾਂ ਨੇ, ਬਟ ਭੇਜ ਕਿੰਨੀ ਦਿੱਤੀ? ਲੋਕਾਂ ਨੇ 13,000 ਪਰਸਨਸ ਨੇ ਅਪਲਾਈ ਕਰਤਾ, 13,000 ਸ਼ੇਅਰ ਹੋਲਡਰਸ ਨੇ 30 ਰੁਪਏ ਦੇ ਅਕੋਰਡਿੰਗ ਪੈਸੇ ਭੇਜਤੇ। ਕਿੰਨੇ ਭੇਜਤੇ? 3,90,000। ਠੀਕ ਹੈ। ਦੇਖੋ ਬੇਟਾ ਤੁਸੀਂ ਇੱਕ ਗੱਲ ਸਿੰਪਲ ਜੀ ਦੇਖੋ ਵੀ ਉਹ ਤਾਂ ਕੰਪਨੀ ਸੋਚਦੀ ਹੈ ਵੀ ਅਸੀਂ 12,000 ਸ਼ੇਅਰ ਇਸ਼ੂ ਕਰਾਂਗੇ, ਪਰ ਉੱਥੇ ਜ਼ਿਆਦਾ ਲੋਕ ਵੀ ਤਾਂ ਆ ਸਕਦੇ ਨੇ ਨਾ। ਮੈਮ ਯੈਸ। ਕੰਪਨੀ ਦੀ ਪਹਿਲੀ ਕਿਸ਼ਤ ਹੈਗੀ ਹੈ 30 ਰੁਪਏ ਦੀ, ਵੀ ਲੋਕ 30 ਰੁਪਏ ਦੇ ਹਿਸਾਬ ਨਾਲ ਆਪਣੇ ਕੋਲ ਸ਼ੇਅਰਸ ਭੇਜਣਗੇ। ਇੱਕ ਸ਼ੇਅਰ ਦੀ ਅਮਾਉਂਟ 30 ਰੁਪਏ ਹੈ, ਬਟ ਹੁਣ 13,000 ਲੋਕਾਂ ਨੇ ਅਪਲਾਈ ਕਰਤਾ, ਤਾਂ ਇੱਕ ਸ਼ੇਅਰ ਦੇ ਅਕੋਰਡਿੰਗ 13,000 ਤੇ ਕਿੰਨੀ ਅਮਾਉਂਟ ਆਪਾਂ ਨੂੰ ਮਿਲ ਗਈ? 13,000 into 30 ਰੁਪੀਸ। 30। ਹਾਂਜੀ, ਤਾਂ ਹੁਣ ਜਿਹੜੀ ਸੈਕਿੰਡ ਐਂਟਰੀ ਹੈ ਉਹ ਆਪਾਂ 12, ਹੁਣ ਬਾਕੀ ਸਾਰਾ ਕੁਐਸਚਨ 12 ਦੇ ਅਕੋਰਡਿੰਗ ਚੱਲੂਗਾ ਬੱਚੇ। ਇਹ ਹੁੰਦਾ ਵੀ ਜਦੋਂ ਪਹਿਲੀ ਚ ਕੰਪਨੀ ਕੋਲ ਜ਼ਿਆਦਾ ਜਿਹੜੀ ਹੈਗੀ ਆ ਅਮਾਉਂਟ ਇਕੱਠੀ ਹੋ ਜਾਂਦੀ ਹੈ, ਜ਼ਿਆਦਾ ਸ਼ੇਅਰ ਹੋਲਡਰ ਅਪਲਾਈ ਕਰ ਲੈਂਦੇ ਆ। ਸੈਕਿੰਡ ਚ ਕੀ ਕਰਾਂਗੇ ਬੇਟਾ? ਸ਼ੇਅਰ ਐਪਲੀਕੇਸ਼ਨ ਟੂ ਸ਼ੇਅਰ ਕੈਪੀਟਲ। ਸ਼ੇਅਰ ਐਪਲੀਕੇਸ਼ਨ ਕਿੰਨੇ ਦੀ ਸੀਗੀ? 360 ਦੀ, ਤੇ 360 ਆਪਾਂ ਕੈਪੀਟਲ ਚ ਸੈਂਡ ਕਰਤਾ ਕਿਹਦੇ ਹਿਸਾਬ ਨਾਲ? 12,000 into 30। ਫਸਟ ਟੂ ਐਂਟਰੀਜ਼ ਕੰਪਲੀਟ ਨੇ ਆਪਣੀ, ਠੀਕ ਹੈ ਨਾ। ਮੈਮ ਯੈਸ। ਹਾਂਜੀ, ਹੁਣ ਆਪਣਾ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ 390 ਦੀ ਅਮਾਉਂਟ ਰਿਸੀਵ ਹੋਈ ਸੀ, ਬਟ ਚਾਹੀਦੇ ਕਿੰਨੇ ਸੀਗੇ ਆਪਾਂ ਨੂੰ? 360। ਤਾਂ ਉੱਪਰ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਸੀਗਾ, ਕਹਿੰਦੇ ਦਾ ਡਾਇਰੈਕਟਰ ਡਿਸਾਈਡਡ ਟੂ ਰਿਜੈਕਟ ਐਪਲੀਕੇਸ਼ਨ ਮਨੀ ਆਫ 1,000 ਸ਼ੇਅਰ ਐਂਡ ਦੇਅਰ ਐਪਲੀਕੇਸ਼ਨ ਮਨੀ ਬੀਇੰਗ ਰਿਫੰਡਡ। ਸੋ ਉਹਨਾਂ ਦੀ ਐਪਲੀਕੇਸ਼ਨ ਮਨੀ ਹੈ ਜਿਹੜੀ ਆਪਾਂ ਕੀ ਕਰ ਦਾਂਗੇ? ਰਿਫੰਡ ਕਰ ਦਾਂਗੇ, ਠੀਕ ਹੈ। ਤਾਂ ਹੁਣ ਕੰਪਨੀ ਕੀ ਕਰੇਗੀ ਬੇਟਾ? ਹੁਣ 1,000 ਸ਼ੇਅਰ ਤੇ ਜਿਨ੍ਹਾਂ ਨੇ 30 ਰੁਪਏ ਦੇ ਅਕੋਰਡਿੰਗ ਐਪਲੀਕੇਸ਼ਨ ਮਨੀ ਜ਼ਿਆਦਾ ਭੇਜਤੀ, ਉਹਨੂੰ ਕੀ ਕਰਾਂਗੇ ਆਪਾਂ? ਉਹਨੂੰ ਵਾਪਸ ਕਰਾਂਗੇ, ਠੀਕ ਹੈ। ਕਿੰਨੇ ਪੈਸੇ ਬਣਨਗੇ ਉਹਨਾਂ ਦੇ? 1,000 into 30, 30,000 ਰੁਪਏ ਵਾਪਸ ਕਰਾਂਗੇ। ਆ ਗਈ ਉਹ ਅਮਾਉਂਟ ਬੇਟਾ, ਸ਼ੇਅਰ ਐਪਲੀਕੇਸ਼ਨ ਟੂ ਬੈਂਕ। ਇਹ ਪੈਸਾ ਜਿਹੜਾ ਵਾਪਸ ਗਿਆ ਕਿੰਨੇ ਸ਼ੇਅਰਸ ਦੇ ਉੱਪਰ? 1,000 ਦੇ, ਠੀਕ ਹੈ ਨਾ। ਹੁਣ ਬਾਕੀ ਸਾਰਾ ਕੁਐਸਚਨ ਆਪਾਂ 12 ਦੇ ਅਕੋਰਡਿੰਗ ਕਰਾਂਗੇ। ਦੇਖੋ ਬਾਕੀ ਸਾਰਾ ਕੁਐਸਚਨ 12 ਦੇ ਅਕੋਰਡਿੰਗ ਹੋਏਗਾ, ਜਿੰਨੇ ਕੰਪਨੀ ਨੇ ਇਸ਼ੂ ਕੀਤੇ ਨੇ, ਠੀਕ ਹੈ। ਉਹ ਲੋਕਾਂ ਨੇ ਅਪਲਾਈ ਕਰਤਾ ਸੀਗਾ, ਕੰਪਨੀ ਦਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਸੋ ਬੇਟਾ ਨੈਕਸਟ ਹੈਗਾ ਸ਼ੇਅਰ ਅਲਾਟਮੈਂਟ ਟੂ ਸ਼ੇਅਰ ਕੈਪੀਟਲ। ਹੁਣ ਤੁਹਾਨੂੰ ਦੱਸਿਆ ਸੀ ਨਾ ਵੀ ਅਗਲੀ ਐਂਟਰੀ ਪਹਿਲਾਂ ਡਿਊ ਦੀ ਪਏਗੀ। ਸ਼ੇਅਰ ਅਲਾਟਮੈਂਟ ਟੂ ਸ਼ੇਅਰ ਕੈਪੀਟਲ, ਮਨੀ ਡਿਊ ਔਨ ਸ਼ੇਅਰ ਅਲਾਟਮੈਂਟ ਆਫ 12,000 ਸ਼ੇਅਰ। ਹੁਣ ਅਲਾਟਮੈਂਟ ਦੀ ਅਮਾਉਂਟ ਕਿੰਨੀ ਦਿੱਤੀ ਹੋਈ ਹੈ ਕੁਐਸਚਨ ਦੇ ਵਿੱਚ? 40 ਰੁਪੀਜ਼। ਤਾਂ ਆਪਾਂ ਲਿਖਾਂਗੇ 12,000 into 40 ਕਿੰਨੀ ਆ ਗਈ? 4,80,000। ਕਿੰਨੀ ਅਮਾਉਂਟ ਆ ਗਈ? 4,80,000। ਸਾਹਿਲ ਸਮਝ ਆ ਰਿਹਾ ਤੁਹਾਨੂੰ? ਸਾਹਿਲ बेटा समझ आया? पूछिया करो, कोई डाउट नहीं होता ਤੁਹਾਨੂੰ? सारा समझ आ जाता है? वेरी गुड, ये सारा समझ आता। बेटा मैं सारे स्टूडेंट्स ਨੂੰ ਇਹੀ ਕਹਾਂਗੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਜਗ੍ਹਾ ਲੱਭੋ
ਜਿੱਥੇ ਤੁਹਾਨੂੰ ਪਤਾ ਹੈ ਕਿ ਇੱਥੇ ਸਾਡਾ ਨੈਟਵਰਕ ਵਧੀਆ ਹੁੰਦਾ, ਜਦੋਂ ਜ਼ੂਮ ਦੀ ਕਲਾਸ ਲਗਾਉਣੀ ਹੁੰਦੀ ਹੈ ਬੇਟਾ, ਤੁਸੀਂ ਫਿਰ ਉੱਥੇ ਜਾ ਕੇ ਆਪਣੀ ਕਲਾਸ ਬੈਠ ਕੇ ਅਟੈਂਡ ਕਰ ਲਿਆ ਕਰੋ, ਠੀਕ ਹੈ ਨਾ। ਜੋ ਵਾਰੀ ਤੁਹਾਡਾ ਡਿਸਕਨੈਕਟ ਹੋਈ ਜਾਂਦਾ ਤਾਂ ਫਿਰ ਮੈਨੂੰ ਵੀ ਵਾਰੀ ਤੁਹਾਨੂੰ ਐਡ ਕਰਨਾ ਪੈਂਦਾ ਹੈ, ਉਧਰੋਂ ਕੁਐਸਚਨ ਤੋਂ ਧਿਆਨ ਹਟ ਜਾਂਦਾ ਹੈ, ਠੀਕ ਹੈ ਬੱਚੇ। ਤੁਹਾਨੂੰ ਪਤਾ ਹੋਏਗਾ ਕਿ ਤੁਹਾਡੇ ਘਰ 'ਚ ਨੈਟਵਰਕ ਕਿੱਥੇ ਵਧੀਆ ਹੁੰਦਾ ਹੈ ਤਾਂ ਬੱਚੇ ਤਾਂ ਉਹਦੀ ਉੱਥੇ ਪਹੁੰਚ ਜਾਂਦੇ ਆ। ਸੋ ਪਹਿਲਾਂ ਹੀ ਆਪਣੀ ਕਲਾਸ ਲੱਗਣ ਤੋਂ ਪਹਿਲਾਂ ਉੱਥੇ ਪਹੁੰਚ ਜਾਇਆ ਕਰੋ, ਉੱਥੇ ਜਾ ਕੇ ਕਲਾਸ ਲਾਉਣੀ ਸ਼ੁਰੂ ਕਰਿਆ ਕਰੋ। ਵਾਰੀ ਡਿਸਕਨੈਕਟ ਹੋਣ ਨਾਲ ਰਾਜੇ ਡਿਸਟਰੈਕਸ਼ਨ ਹੁੰਦੀ ਹੈ। ਨੈਕਸਟ ਹੈਗਾ ਬੇਟਾ ਫਿਰ ਆਪਾਂ ਜਿਹੜੀ ਹੈਗੀ ਅਲਾਟਮੈਂਟ ਮਨੀ ਹੈ ਜੋ ਉਹ ਰਿਸੀਵ ਕਰ ਲਾਂਗੇ, ਠੀਕ ਹੈ। ਬੈਂਕ ਅਕਾਊਂਟ ਟੂ ਸ਼ੇਅਰ ਅਲਾਟਮੈਂਟ ਅਕਾਊਂਟ, ਤਾਂ ਕੀ ਲਿਖੇ ਆਏਗਾ ਆਪਣੇ ਕੋਲੇ, ਮਨੀ ਰਿਸੀਵਡ ਔਨ 12,000 ਸ਼ੇਅਰਸ ਐਟ ਦੀ ਰੇਟ 40 ਪਰ ਸ਼ੇਅਰ ਔਨ ਅਲਾਟਮੈਂਟ। ਹੁਣ ਜਿਹੜੀ ਹੈਗੀ ਹੈ ਪਹਿਲਾਂ ਡਿਊ ਹੋਣਗੀਆਂ ਸਾਰੀਆਂ ਚੀਜ਼ਾਂ, ਫਿਰ ਕੀ ਹੋਣਗੀਆਂ ਰਿਸੀਵ। ਕੱਲੀ ਐਪਲੀਕੇਸ਼ਨ ਮਨੀ ਹੈ ਪਹਿਲੇ, ਜਿਹੜੀ ਪਹਿਲਾਂ ਰਿਸੀਵ ਹੁੰਦੀ ਹੈ ਬਾਅਦ ਚ ਟ੍ਰਾਂਸਫਰ ਹੁੰਦੀ ਹੈ। ਨੈਕਸਟ ਇਜ਼ ਫਸਟ ਕਾਲ ਅਕਾਊਂਟ ਟੂ ਸ਼ੇਅਰ ਕੈਪੀਟਲ ਅਕਾਊਂਟ। ਹੁਣ ਫਸਟ ਕਾਲ ਵੀ ਡਿਊ ਹੋ ਰਹੀ ਹੈ। ਫਸਟ ਕਾਲ ਦੀ ਅਮਾਉਂਟ ਬੇਟਾ ਆਪਾਂ ਨੂੰ ਉੱਪਰ ਕੁਐਸਚਨ ਦੇ ਵਿੱਚ ਦਿੱਤੀ ਹੋਈ ਹੈ, ਦੇਖੋ ਧਿਆਨ ਨਾਲ, ਇਹ ਆ ਰਹੀ ਫਸਟ ਕਾਲ 20 रुपीज, ठीक है। फर्स्ट कॉल 20 रुपीज। ਹੁਣ ਫਸਟ ਕਾਲ ਨੂੰ 12,000 ਸ਼ੇਅਰ ਤੇ 20 ਰੁਪੀਸ ਨਾਲ ਦੇਖਾਂਗੇ ਕਿੰਨਾ ਬਣਦਾ ਹੈ। ਫਸਟ ਕਾਲ money due on 12,000 share at the rate 20 per share, कितनी आ गई बेटा 2,40,000 ਦੀ ਅਮਾਉਂਟ, ਕਿੰਨੀ ਆ ਗਈ 2,40,000 ਦੀ ਅਮਾਉਂਟ, ਠੀਕ ਹੈ ਨਾ। ਫਿਰ ਜਿਹੜੀ ਹੈਗੀ ਫਸਟ ਕਾਲ ਰਿਸੀਵ ਕਰੀ ਹੋਈ, ਮੰਨ ਲਾਂਗੇ ਸਾਰਾ ਪੈਸਾ ਜਿਹੜਾ ਉਹ ਰਿਸੀਵ ਹੋ ਗਿਆ 100 ਸ਼ੇਅਰਸ ਨੂੰ ਛੱਡ ਕੇ, ਜਿੰਨਿਆਂ ਨੇ ਨਹੀਂ ਭੇਜਿਆ ਉਹਨੀ ਅਮਾਉਂਟ ਲੈਸ ਹੋ ਜਾਏਗੀ, ਠੀਕ ਹੈ ਬੇਟਾ। ਅੱਜ ਦੇ ਲਈ ਇੰਨਾ ਕੀ ਬਹੁਤ ਹੈ। ਤੁਹਾਨੂੰ ਮੈਂ ਘਰ ਤੋਂ ਕਰਨ ਵਾਸਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬੇਟਾ, ਜੇ ਤੁਹਾਨੂੰ ਸੋ ਬੇਟਾ ਕੁਐਸਚਨ ਬਹੁਤ ਇੰਪੋਰਟੈਂਟ ਨੇ ਇਹ, ਠੀਕ ਹੈ। ਧਿਆਨ ਨਾਲ ਸਮਝੋਗੇ ਫਿਰ ਪਤਾ ਲੱਗਣਗੇ। ਲੈ ਲਿਆ ਬੇਟਾ ਸਕਰੀਨਸ਼ਾਟ, ਹੁਣ ਤੁਸੀਂ ਇਹਦਾ ਵੀ ਲੈ ਲਓ। ਇਸ ਕੁਐਸਚਨ ਨੂੰ ਨਾ ਇੱਕ ਰਫ ਨੋਟਬੁੱਕ ਤੇ ਸਾਰਾ ਨੋਟ ਕਰ ਲਿਓ, ਸਾਰਾ ਕੁਝ ਇਸ ਤਰ੍ਹਾਂ ਹੀ ਕਰਨਾ ਹੈ ਡਿਟੋ, ਠੀਕ ਹੈ। ਦੇਖੋ ਇਹਦਾ ਫਾਰਮੈਟ ਬਣਾਉਣਾ ਪਹਿਲਾਂ, ਜਿਵੇਂ ਜਰਨਲ ਦਾ ਬਣਦਾ ਹੁੰਦਾ, ਸਭ ਤੋਂ ਪਹਿਲਾਂ ਡੇਟ ਦਾ ਕਾਲਮ ਹੁੰਦਾ ਹੈ, ਫਿਰ ਪਾਰਟਿਕੂਲਰ ਦਾ, ਫਿਰ ਲੈਜ਼ਰ ਫੋਲੀਓ, ਫਿਰ ਡੈਬਿਟ ਅਮਾਉਂਟ ਤੇ ਕ੍ਰੈਡਿਟ ਅਮਾਉਂਟ। ਸੋ ਆਹ ਲਾਈਨਾਂ ਨੇ ਜਿਹੜੀਆਂ ਐਜ਼ ਇਟ ਇਜ਼ ਮਾਰਨੀਆਂ ਨੇ ਸੇਮ ਟੂ ਸੇਮ, ਤੇ ਉੱਪਰ ਵੀ ਲਿਖਣਾ ਹੁੰਦਾ ਹੈ ਜਿਹਦੇ ਬਾਰੇ ਚ ਗੱਲ ਹੋ ਰਹੀ ਹੈ ਨਾ। ਜਿਵੇਂ ਤੁਹਾਨੂੰ ਬੁੱਕ ਦੇ ਵਿੱਚ ਜਾਂ ਟੈਸਟ ਦੇ ਵਿੱਚ ਪ੍ਰੋਪਰ ਕੁਐਸਚਨ ਆਏਗਾ ਉਹਦੇ ਅਕੋਰਡਿੰਗ, ਬੁੱਕਸ ਆਫ ਮੋਨਾ ਅਰਥ ਮੂਵਰ ਲਿਮਟਿਡ, ਠੀਕ ਹੈ, ਬੁੱਕਸ ਆਫ ਮੋਨਾ ਅਰਥ ਮੂਵਰ ਲਿਮਟਿਡ, ਠੀਕ ਹੈ। ਹਾਂਜੀ ਬੇਟਾ। ਮੈਮ ਬਸ ਇੰਨਾ ਕੀ ਪੜਾਉਣਾ ਸੀ ਅੱਜ, ਹੋ ਗਈ ਕਲਾਸ ਕੰਪਲੀਟ?
हाँ जी बेटा, बस थोड़ी क्लास में ਤੁਹਾਨੂੰ क्वेश्चन दे देनी आ 2 घर तो ਕਰਨ ਵਾਸਤੇ। ਜੇ ਤੁਸੀਂ ਐਫਰਟ ਕਰਕੇ ਦੇਖੋਗੇ ਤਾਂ ਕੁਛ ਨਾ ਕੁਛ ਹੋ ਜਾਊਗਾ। ਔਰ ਆਪਣੀ ਨੈਕਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰ ਲਾਂਗੇ ਉਹ ਕੁਐਸਚਨ, ਠੀਕ ਹੈ। ਮੈਂ ਤੁਹਾਨੂੰ ਮੈਮ ਦੇ ਦਿਓ। ਕਲਾਸ ਦੇ ਗਰੁੱਪ 'ਚ ਸੈਂਡ ਕਰ ਦਿੰਨੀ ਆ। ਤੇ ਬੇਟਾ ਬਾਕੀ ਜਿਹੜੇ ਵੀ ਸਟੂਡੈਂਟ ਡੇਲੀ ਤੁਸੀਂ ਕਲਾਸ ਲਾ ਰਹੇ ਹੋ ਬੇਟਾ ਜ਼ਰੂਰ ਕਲਾਸ ਲਗਾਓ। ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਦੇ ਵਿੱਚ ਕੋਈ ਵੀ ਏਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਕਹੋ ਵੀ ਚਲੋ ਕੋਈ ਨਹੀਂ ਸਮਝਾਂਗੇ ਨਾ ਸਹੀ। ਸੋ ਮੈਂ ਤੁਹਾਨੂੰ ਹਰ ਇੱਕ ਕਲਾਸ ਦੇ ਵਿੱਚ ਇਹੀ ਗੱਲ ਕਹਿੰਦੀ ਹਾਂ ਕਿ ਬੇਟਾ ਸਟੱਡੀ ਨੂੰ ਮਜਬੂਰੀ ਨਾ ਸਮਝਿਓ, ਇਹਨੂੰ ਸਮਝੋਗੇ ਤਾਂ ਸਮਝ ਆਏਗੀ, ਠੀਕ ਹੈ ਨਾ। ਇਹ ਨਹੀਂ ਹੋਣਾ ਚਾਹੀਦਾ ਕਿ ਹਾਂ ਬਸ ਕੋਈ ਨਾ ਕਰਵਾਈ ਜਾਂਦੇ ਨੇ, ਇੰਨਾ ਕੰਮ ਕਰਾਈ ਜਾਂਦੇ ਨੇ। ਇੰਨਾ ਕੰਮ ਨਹੀਂ ਹੈਗਾ, ਕੰਮ ਦਿੰਨੀ ਆ ਤੁਹਾਨੂੰ ਬਹੁਤ ਹੀ ਜ਼ਿਆਦਾ। ਮੈਮ ਕੱਲ ਨੂੰ ਗਰੁੱਪ ਖੁੱਲੂਗਾ ਸਕੂਲ ਵਾਲਾ? ਖੁੱਲਦਾ ਹੁੰਦਾ ਰਾਜੀ ਸੈਟਰਡੇ ਨੂੰ। ਮੈਮ ਮੈਨੂੰ ਧਿਆਨ ਚ ਪਤਾ ਨਹੀਂ ਨਹੀਂ, ਪਤਾ। ਸ਼ਾਇਦ ਕੱਲ ਨੂੰ ਟੈਸਟ ਵੀ ਆ। ਹਾਂ ਟੈਸਟ ਆਊਗਾ। ਹਾਂਜੀ ਬੱਚੇ, ਰੁਪਿੰਦਰ। मैम फिर नोटबुक पे भी लिखना कुछ? ਨਹੀਂ ਬੇਟਾ ਫਿਲਹਾਲ ਨਹੀਂ, ਵੈਸੇ ਜਿਹੜੇ ਮੈਂ ਕੁਐਸਚਨ ਗਰੁੱਪ 'ਚ ਭੇਜੇ ਹੋਏ ਨੇ ਉਹੀ ਕਰਿਓ ਤੁਸੀਂ। ਜਿਹੜੇ ਮੈਂ ਇਹ ਕੁਐਸਚਨ ਦਊਂਗੀ ਹੁਣ ਤੁਹਾਨੂੰ ਪ੍ਰੈਕਟਿਸ ਵਾਸਤੇ, ਇਹ ਤੁਸੀਂ ਰਫ ਤੇ ਹੀ ਕਰਨੇ ਨੇ, मैम ਠੀਕ ਹੈ। आरएफ नोटबुक पे करनी है ना? ਹਾਂਜੀ ਹਾਂ, ਜਿਹੜੇ ਮੈਂ ਹੁਣ ਸੈਂਡ ਕਰੂੰਗੀ। हाँ ਰਿਵੀਜ਼ਨ जी ਲਿਖ मैम ਦੂੰਗੀ, ठीक है। ਜਿਹਦੇ ਉੱਪਰ ਮੈਂ ਰਿਵੀਜ਼ਨ ਮੈਮ ਲਿਖਿਆ ਕਰੂੰਗੀ ਬਸ ਉਹ ਤੁਸੀਂ ਰਫ ਨੋਟਬੁੱਕ ਤੇ ਕਰ ਲਿਆ ਕਰਿਓ। ओके मैम ठीक है। ਹਾਂਜੀ ਮੈਮ ਹਾਂਜੀ ਬੇਟਾ। ਰੁਪਿੰਦਰ ਨਾਲ ਮਾੜੀ ਜੀ ਇੱਕ ਗੱਲ ਕਰ ਲਾਂ? हाँ करो कमल किमें आ? ਵਧੀਆ, ਤੂੰ ਦੱਸ। ਤੂੰ ਤਾਂ ਆਰਟਸ ਲੈ ਲਈ ਸੀ। ਹੁਣ ਮੈਂ ਕਮਲ